ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਚੋਖੀ ਗਰਮੀ ਪਈ ਹੈ। ਸਵੇਰ ਦੇ ਵੇਲੇ ਤੋਂ ਲੈ ਕੇ ਆਥਣ ਤੱਕ ਸੂਰਜ ਦੀ ਟਿੱਕੀ ਨੇ ਚੰਗਾ ਰੰਗ ਦਿਖਾਇਆ। ਮੌਸਮ ਵਿਭਾਗ ਦਾ ਇਹ ਕਹਿਣਾ ਕਿ ਆਉਂਦੇ 48 ਘੰਟਿਆਂ ਦੇ ਵਿੱਚ ਵੀ ਗਰਮੀ ਇਵੇਂ ਵੱਧਦੀ ਰਹਿਣੀ ਆ, ਇਵੇਂ ਹੀ ਧੁੱਪ ਨਿਕਲਦੀ ਰਹਿਣੀ ਹੈ ਦਿਨ ਦੇ ਵੇਲੇ, ਤੇ ਰਾਤ ਦੇ ਵੇਲੇ ਵੀ ਹੁਣ ਠੰਡ ਲਗਾਤਾਰ ਘਟਾ ਦੇ ਵੱਲ ਹੈ। ਸੋ ਹੁਣ ਤਾਂ ਪਤਲੇ ਜੇ ਕੰਬਲ ਦੇ ਨਾਲ ਗੁਜ਼ਾਰਾ ਹੁੰਦਾ ਤੇ ਮੱਛਰ ਦੀ ਭੀਂ ਆ ਜਿਹੜੀ ਉਹ ਚਾਰੇ ਪਾਸੇ ਲੋਕਾਂ ਨੂੰ ਸਤਾ ਰਹੀ ਹੈ। ਸੋ ਗਰਮੀ ਲਗਾਤਾਰ ਅੱਗੇ ਤੋਂ ਅੱਗੇ ਹੁਣ ਵਧਣੀ ਆ ਤੇ ਮੌਸਮ ਦੇ ਵਿੱਚ ਕਿਸੇ ਕਿਸਮ ਦੀ ਕੋਈ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ। ਕੋਈ ਮੌਸਮ ਝੋਲ ਮਾਰੇ, ਇਸ ਗੱਲ ਦੀ ਕੋਈ ਵੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਨਹੀਂ ਕੀਤੀ ਗਈ। ਜਿਹੜੀ ਪਹਿਲੀ ਵੱਡੀ ਖਬਰ ਆ ਉਹ ਯੂਕਰੇਨ ਦੇ ਉੱਤੇ ਕੀਤੇ ਗਏ ਰੂਸ ਦੇ ਹਮਲੇ ਨਾਲ ਸੰਬੰਧਿਤ ਹੈ। ਜਜ਼ਬੇ ਦੀ ਗੱਲ ਹੈ। ਬਹੁਤ ਸਾਰੀਆਂ ਤਸਵੀਰਾਂ, ਬਹੁਤ ਸਾਰੀਆਂ ਵੀਡੀਓਜ਼ ਇਹੋ ਜਿਹੀਆਂ ਆ ਰਹੀਆਂ ਜਿਹੜੀਆਂ ਕਿ ਜਜ਼ਬੇ ਨੂੰ ਸਲਾਮ ਕਰਨ ਵਾਸਤੇ ਮਜਬੂਰ ਕਰਦੀਆਂ। ਮੂੰਹ ਦੇ ਵਿੱਚੋਂ ਨਿਕਲਦਾ ਵੀ ਧੰਨ ਆ ਇਹਨਾਂ ਲੋਕਾਂ ਦੇ ਜਿਗਰੇ, ਕਮਾਲ ਆ ਇਹਨਾਂ ਲੋਕਾਂ ਦੇ ਜਿਗਰੇ, ਸਿਰਾ ਲਾਇਆ ਪਿਆ ਇਹਨਾਂ ਦੇ ਜਿਗਰਿਆਂ ਨੇ। ਸੋ ਇਹ ਆਪਣੇ ਆਪ ਮੂੰਹ ਦੇ ਵਿੱਚੋਂ ਗੱਲ ਨਿਕਲਦੀ ਹੈ। ਲੰਘੇ ਰਾਸ਼ਟਰਪਤੀ ਵੋਲਦੀਮੀਰ ਜ਼ੈਲੈਂਸਕੀ ਦੇ ਵੱਲੋਂ ਪਤਾ ਲੱਗਾ ਕਿ ਯੂਰਪੀਅਨ ਯੂਨੀਅਨ ਨੂੰ ਸੰਬੋਧਨ ਕੀਤਾ ਗਿਆ। ਯੂਰਪੀਅਨ ਯੂਨੀਅਨ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹਦੇ ਕਰਕੇ ਟਰਾਂਸਲੇਟਰ ਵੀ ਰੋ ਪਿਆ। ਟਰਾਂਸਲੇਟਰ ਦੇ ਰੋਣ ਤੋਂ ਬਾਅਦ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਸਗੋਂ 3 ਵਾਰ ਉਹ ਅਨੁਵਾਦਕ ਰੋਇਆ। ਕਿਉਂਕਿ ਜਦੋਂ ਉਹ ਆਪਣੀ ਉਧਰਲੀ ਭਾਸ਼ਾ ਦੇ ਵਿੱਚ ਆਪਣਾ ਭਾਸ਼ਣ ਦਿੰਦੇ ਸੀਗੇ ਵੀਡੀਓ ਕਾਨਫਰੰਸ ਦੇ ਰਾਹੀਂ, ਤੇ ਯੂਰਪੀਅਨ ਯੂਨੀਅਨ ਦੇ ਉੱਥੇ ਸਾਰੇ ਮੈਂਬਰ ਬੈਠੇ ਸੀਗੇ, ਉਹ ਖੜੇ ਹੋ ਕੇ ਤਾੜੀਆਂ ਵਜਾ ਰਹੇ ਸੀ ਵੀ ਇੱਕ ਇਹੋ ਜਿਹੇ ਜਜ਼ਬੇ ਵਾਲੇ ਦੇਸ਼ ਦਾ ਰਾਸ਼ਟਰਪਤੀ ਆ ਜਿਹੜਾ ਉਹ ਇਸ ਵੇਲੇ ਕਿਸ ਤਰੀਕੇ ਨਾਲ ਸੰਬੋਧਨ ਕਰਦਾ। ਉਹਦੇ ਕੁਝ ਕੁ ਅੰਸ਼ ਸਾਹਮਣੇ ਆਏ ਆ ਵੋਲਦੀਮੀਰ ਜ਼ੈਲੈਂਸਕੀ ਦੇ ਭਾਸ਼ਣ ਦੇ। ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਵੀ ਜਿਉਣ ਦਾ ਹੱਕ ਚਾਹੁੰਦੇ ਹਾਂ, ਅਸੀਂ ਵੀ ਅਸਲ ਆਜ਼ਾਦੀ ਚਾਹੁੰਦੇ ਹਾਂ। ਸਾਡੇ ਉੱਤੇ ਜ਼ਬਰਦਸਤੀ ਇਹ ਯੁੱਧ ਥੋਪਿਆ ਗਿਆ। ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਦੇਸ਼ ਦੇ ਬੱਚੇ ਸੁਰੱਖਿਅਤ ਰਹਿਣ। ਅਸੀਂ ਵੀ ਚਾਹੁੰਦੇ ਹਾਂ ਕਿ ਇਹ ਧਰਤੀ ਖੂਨ ਦੇ ਨਾਲ ਲਾਲ ਨਾ ਹੋਵੇ। ਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਨੂੰ ਯੂਰਪੀਅਨ ਯੂਨੀਅਨ ਦਾ ਛੇਤੀ ਤੋਂ ਛੇਤੀ ਮੈਂਬਰ ਬਣਾਇਆ ਜਾਵੇ ਤੇ ਸਾਡੇ ਨਾਲ ਖੜਿਆ ਜਾਵੇ। ਤੇ ਜੇਕਰ ਸਾਡੇ ਨਾਲ ਨਹੀਂ ਖੜਨਾ ਤਾਂ ਇਹਦਾ ਮਤਲਬ ਇਹ ਹੈ ਵੀ ਸੱਚ ਦਾ ਸਾਥ ਆਪਾਂ ਕਿਹੜੇ ਵੇਲੇ ਦੇਣਾ। ਸੋ ਆਹ ਗੱਲਾਂ ਸੁਣ ਕੇ ਜਦੋਂ ਉੱਥੇ ਟਰਾਂਸਲੇਟਰ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਆਏ ਤੇ ਉਸ ਤੋਂ ਬਾਅਦ ਜਿਹੜੇ ਸਾਰੇ ਉੱਥੇ ਮੈਂਬਰ ਆ ਯੂਰਪੀਅਨ ਯੂਨੀਅਨ ਦੇ, ਉਹਨਾਂ ਨੇ ਖੜੇ ਹੋ ਕੇ ਤਾੜੀਆਂ ਵਜਾਈਆਂ ਤੇ ਉਹਨਾਂ ਨੇ ਸਾਰਥਕ ਪਹੁੰਚ ਦੀ ਗੱਲ ਕਹੀ ਹੈ, ਉਹਨਾਂ ਨੇ ਹੁੰਗਾਰਾ ਭਰਨ ਦੀ ਗੱਲ ਕਹੀ ਹੈ। ਇਹਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਵੇਲੇ ਹਾਲਾਤ ਆ ਜਿਹੜੇ ਉਹ ਉੱਥੇ ਬੜੇ ਖਤਰਨਾਕ ਬਣੇ ਪਏ ਆ। ਉੱਥੇ ਹਾਲਾਤ ਇਸ ਕਦਰ ਖਤਰਨਾਕ ਬਣੇ ਆ ਵੀ ਵਿਦਿਆਰਥੀ ਆ ਜਿਹੜੇ ਉਹ ਵਿਰ ਕਰਦੇ ਵਿਚਾਰੇ, ਉਹ ਜਿਹੜੇ ਕਿ ਆਪਣੇ ਘਰਾਂ ਤੋਂ ਦੂਰ ਬੈਠੇ ਆ, ਜਿਨ੍ਹਾਂ ਦੇ ਬਟੂਏ ਦੇ ਵਿੱਚ 1 ਰੁਪਈਆ ਨਹੀਂ ਰਹਿ ਗਿਆ, ਜਿਨ੍ਹਾਂ ਦੇ ਬਟੂਏ ਦੇ ਵਿੱਚ ਇੱਕ ਉਧਰਲੀ ਕਰੰਸੀ ਦਾ ਕੋਈ ਦਮੜਾ ਨਹੀਂ ਰਹਿ ਗਿਆ, ਤਾਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਨੂੰ ਇੱਥੋਂ ਲੈ ਜਾਓ। ਫਿਰ ਜੋ ਸਾਡੀਆਂ ਲਾਸ਼ਾਂ ਲੈ ਕੇ ਜਾਓਗੇ, ਹੁਣ ਸਾਨੂੰ ਲੈ ਜਾਓ। ਸਾਨੂੰ ਲੈ ਕੇ ਕਿਉਂ ਨਹੀਂ ਜਾਂਦੇ? ਪਰ ਜਦੋਂ ਸੰਕਟ ਦਾ ਇਹੋ ਜਿਹਾ ਬੱਦਲ ਮੰਡਰਾ ਰਿਹਾ ਹੋਵੇ ਤਾਂ ਫਿਰ ਭਾਰਤ ਦੇ ਇੱਕ ਕੇਂਦਰੀ ਮੰਤਰੀ ਹੈਗੇ ਨੇ ਪ੍ਰਹਲਾਦ ਜੋਸ਼ੀ, ਉਹਨਾਂ ਦੇ ਵੱਲੋਂ ਕਹੀ ਗਈ ਗੱਲ ਹੈ ਜਿਹੜੀ ਉਹ ਹੈਰਾਨ ਕਰਕੇ ਰੱਖਦੀ ਹੈ। ਉਹ ਕਹਿੰਦੇ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਡਾਕਟਰੀ ਦੀ ਡਿਗਰੀ ਕਰਨ ਵਾਸਤੇ ਵਿਦਿਆਰਥੀ ਜਾਂਦੇ ਆ, ਇਹਨਾਂ ਦੇ ਵਿੱਚੋਂ 90% ਤਾਂ ਇੱਥੇ ਭਾਰਤ ਦੇ ਵਿੱਚ ਨੀਟ ਦੀ ਪ੍ਰੀਖਿਆ ਦੇ ਵਿੱਚ ਫੇਲ ਹੋ ਜਾਂਦੇ ਆ, ਫਿਰ ਇਹ ਜਾਂਦੇ ਆ। ਹੁਣ ਸਵਾਲ ਇਹ ਪੈਦਾ ਹੁੰਦਾ ਪ੍ਰਹਲਾਦ ਸਾਹਿਬ ਵੀ ਜੇਕਰ ਇਹ ਇੱਥੇ ਫੇਲ ਹੋ ਜਾਂਦੇ ਆ ਤਾਂ ਕੀ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਡਿਗਰੀਆਂ ਆਸਾਨ ਭਾਸ਼ਾ ਦੇ ਵਿੱਚ ਆ? ਕੀ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਇਹ ਪੜ੍ਹਾਈ ਵਧੀਆ ਨਹੀਂ ਕਰਦੇ? ਕਿ ਉੱਥੇ ਪੜ੍ਹਾਈ ਆਸਾਨ ਆ? ਤੁਸੀਂ ਇਸ ਗੱਲ ਨੂੰ ਕਿਉਂ ਨਹੀਂ ਮੰਨਦੇ ਕਿ ਇੱਥੇ ਜਿਹੜੀਆਂ ਸੀਟਾਂ ਉਹ ਬਹੁਤ ਥੋੜ੍ਹੀਆਂ? ਤੁਸੀਂ ਇਹ ਗੱਲ ਕਿਉਂ ਨਹੀਂ ਮੰਨਦੇ ਕਿ ਭਾਰਤ ਦੇ ਵਿੱਚ ਜਿਹੜੀ ਆ ਪ੍ਰਾਈਵੇਟ ਸਿੱਖਿਆ, ਜਿਹੜੇ ਪ੍ਰਾਈਵੇਟ ਕਾਲਜ ਆ, ਉਹਨੂੰ ਅੱਗ ਲੱਗੀ ਪਈ ਆ ਕੀਮਤ ਦੇ ਮਾਮਲੇ ਦੇ ਵਿੱਚ? ਮਜਬੂਰੀਆਂ ਦੇ ਵਿੱਚ ਮਾਪੇ ਆਪਣੇ ਬੱਚਿਆਂ ਨੂੰ, ਕਾਬਲ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਪੜ੍ਹਨ ਵਾਸਤੇ ਭੇਜਦੇ ਆ। ਤੁਸੀਂ ਇਉਂ ਕਰੋ ਵੀ ਇੱਥੇ ਭਾਰਤ ਦੇ ਵਿੱਚ ਕਰੋੜ ਰੁਪਈਏ ਦੀ ਥਾਂ ਦੇ ਉੱਤੇ ਜਿਹੜੇ ਭਾਅ ਦੇ ਉੱਤੇ ਉੱਥੇ ਯੂਕਰੇਨ ਦੇ ਵਿੱਚ MBBS ਦੀ ਡਿਗਰੀ ਹੁੰਦੀ ਆ, ਉਹ ਭਾਅ ਇੱਥੇ ਭਾਰਤ ਦੇ ਵਿੱਚ ਕਰ ਲਓ ਪ੍ਰਾਈਵੇਟ ਕਾਲਜਾਂ ਦੇ ਵਿੱਚ ਵੀ। ਉੱਦਾਂ ਵੀ ਤਾਂ ਬਾਕੀ ਵੱਖ-ਵੱਖ ਡਿਗਰੀਆਂ ਪ੍ਰਾਈਵੇਟ ਹੁੰਦੀਆਂ ਹੀ ਆ, ਉਹ ਵੀ ਤਾਂ ਸਸਤੇ ਭਾਅ ਦੇ ਵਿੱਚ ਹੋ ਜਾਂਦੀਆਂ। ਆ ਜਿਹੜੇ ਪ੍ਰਾਈਵੇਟ ਕਾਲਜ ਆ, B.Ed ਦੀਆਂ ਡਿਗਰੀਆਂ ਵੀ ਹੁੰਦੀਆਂ, ਕਈ ਹੋਰ ਡਿਗਰੀਆਂ ਵੀ ਹੁੰਦੀਆਂ। ਉਸੇ ਤਰੀਕੇ ਦੇ ਨਾਲ ਵੱਧ ਤੋਂ ਵੱਧ ਇੱਥੇ ਸੀਟਾਂ ਹੋਣ, ਉਸੇ ਤਰੀਕੇ ਦੇ ਨਾਲ MBBS ਦੀਆਂ ਡਿਗਰੀਆਂ ਇੱਥੇ ਕਰਵਾਈਆਂ ਜਾਣ ਤੇ ਇਹੀ ਵਿਦਿਆਰਥੀ ਆ ਜਿਹੜੇ ਜੇਕਰ ਸਸਤੇ ਭਾਅ ਦੇ ਵਿੱਚ ਉਹਨਾਂ ਦੇ ਵੱਲੋਂ ਡਿਗਰੀ ਕੀਤੀ ਜਾਊਗੀ ਤਾਂ ਫਿਰ ਉਹ ਲੋਕਾਂ ਦੇ ਕੋਲੋਂ ਵੀ ਘੱਟ ਪੈਸੇ ਲੈਣਗੇ। ਮੈਂ ਲੰਘੇ ਵੇਲੇ ਦੇ ਵਿੱਚ ਇੱਕ ਡਾਕਟਰ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਦਿਨ ਦਾ 20-25 ਹਜ਼ਾਰ ਰੁਪਈਆ ਆਪਣੇ ਨਿੱਕੇ ਜਿਹੇ ਕਲੀਨਿਕ ਦੇ ਵਿੱਚੋਂ ਲੈ ਕੇ ਜਾਂਦੇ ਆ, ਸਾਨੂੰ ਕੋਈ ਇਤਰਾਜ਼ ਨਹੀਂ, ਉਹ ਮਿਹਨਤ ਕਰਦੇ ਲੈ ਕੇ ਜਾਂਦੇ ਆ, ਤੇ ਤੁਸੀਂ ਇੰਨੇ ਪੈਸੇ ਕਿਉਂ ਲੈਂਦੇ ਆ? ਤੁਸੀਂ 2-4 ਗੋਲੀਆਂ ਦਿੰਦੇ ਆ, 150-200 ਰੁਪਈਆ ਲੋਕਾਂ ਤੋਂ ਲੈ ਲੈਂਦੇ ਆ, ਕੋਈ ਮਾੜੀ ਮੋਟੀ ਰਿਆਇਤ ਨਹੀਂ? ਉਹ ਕਹਿੰਦਾ ਬਾਈ ਜੀ ਮੈਂ 1.25 ਕਰੋੜ ਰੁਪਈਏ ਦੇ ਵਿੱਚ MBBS ਦੀ ਡਿਗਰੀ ਲਈ ਆ, ਮੈਂ ਇਸ ਕਲੀਨਿਕ ਦੇ ਉੱਤੇ 2 ਕਰੋੜ ਰੁਪਈਆ ਲਾਇਆ,
ਤੇ ਉਹਦਾ ਵਿਆਜ ਕਿੰਨਾ ਪੈਂਦਾ ਹੋਊਗਾ ਇਹ ਦੇਖੋ। ਮੈਂ ਲੋਨ ਚੱਕਿਆ, ਮੈਂ ਕਰਜ਼ਾ ਲਿਆ, ਮੈਨੂੰ ਕਿਹੜਾ ਡਿਗਰੀ ਇੱਥੇ 10-15 ਲੱਖ ਰੁਪਏ ਦੇ ਵਿੱਚ ਕਰਨ ਦਾ ਮੌਕਾ ਮਿਲਿਆ। ਮੈਂ 1.25 ਕਰੋੜ ਰੁਪਏ ਦੇ ਕਰੀਬ ਡਿਗਰੀ ਦੇ ਉੱਤੇ ਲਾਇਆ ਤੇ ਮੈਂ ਉਹ ਪੈਸੇ 100 150 200 ਰੁਪਈਆ ਕਰਕੇ ਇਉਂ ਹੀ ਇਕੱਠੇ ਕਰਨੇ ਆ। ਤੇ ਫਿਰ ਸਾਡੀਆਂ ਸਰਕਾਰਾਂ ਕਿਉਂ ਨਹੀਂ ਇਹਦੇ ਬਾਰੇ ਸੋਚਦੀਆਂ? ਪ੍ਰਹਲਾਦ ਜੋਸ਼ੀ ਸਾਹਿਬ, ਤੁਸੀਂ ਇਹ ਤਾਂ ਗੱਲ ਕਹਿੰਦੇ ਹੋ ਕਿ ਇੱਧਰੋਂ ਫੇਲ ਹੋਏ ਵਿਦਿਆਰਥੀ ਬਾਹਰਲੇ ਮੁਲਕ 'ਚ ਜਾ ਕੇ ਇਹ ਡਿਗਰੀਆਂ ਕਰਦੇ ਆ, ਪਰ ਤੁਸੀਂ ਕਦੇ ਇੱਥੇ ਮੌਕਾ ਦੇ ਕੇ ਤਾਂ ਦੇਖੋ। ਅਗਲੀ ਗੱਲ ਇਹ ਹੈ ਵੀ ਕੱਲ੍ਹ ਇੱਕ ਸਾਡਾ ਸੂਝਵਾਨ, ਚੰਗਾ, ਮਿਹਨਤੀ, ਸਿਰੜੀ ਤੇ ਭਵਿੱਖ ਦਾ ਚੰਗਾ ਡਾਕਟਰ ਆ ਜਿਹੜਾ 21 ਸਾਲਾ ਨਵੀਨ ਕੁਮਾਰ ਮੌਤ ਦੀ ਬੁੱਕਲ 'ਚ ਚਲਾ ਗਿਆ। ਉਹ ਆਪਣੇ ਸਾਥੀਆਂ ਵਾਸਤੇ ਕਤਾਰ ਦੇ ਵਿੱਚ ਲੱਗਿਆ ਸੀਗਾ ਰਾਸ਼ਨ ਲੈਣ ਦੇ ਲਈ। ਬੰਕਰ ਦੇ ਵਿੱਚ ਉਹਦੇ ਸਾਥੀ ਲੁਕੇ ਹੋਏ ਆ, ਉਹਦੇ ਗੋਲੀ ਵੱਜੀ। ਦੁੱਖ ਹੋਇਆ ਇਸ ਗੱਲ ਦੇ ਉੱਤੇ। ਪਤਾ ਨਹੀਂ ਕਿੰਨੇ ਕੁ ਨਵੀਨ ਕੁਮਾਰ ਹਾਲੇ ਹੋਰ ਇਸ ਤਰੀਕੇ ਦੇ ਨਾਲ ਭੰਗਦੇ ਪਾਣੀ ਆਪਣੀ ਜਾਨ ਗਵਾਉਣਗੇ। ਕਸੂਰ ਉਹਨਾਂ ਦਾ ਕੋਈ ਨਹੀਂ, ਕਸੂਰ ਸਰਕਾਰਾਂ ਦਾ। ਇੱਥੇ ਪ੍ਰਬੰਧ ਨਹੀਂ ਚੰਗੇ, ਕਸੂਰ ਸਰਕਾਰਾਂ ਦਾ। ਬਾਕੀ ਦੇਸ਼ ਆਪਣੇ ਨਾਗਰਿਕ ਲਈ ਜਾਂਦੇ ਆ, ਇਹਨਾਂ ਲੋਕਾਂ ਦੀ ਫੀਸ ਵੀ ਗਾਇਬ, ਇਹਨਾਂ ਲੋਕਾਂ ਦੇ ਉੱਤੇ ਟਿਕਟ ਦਾ ਵੀ ਬੋਝ, ਇਹਨਾਂ ਲੋਕਾਂ ਦੀ ਜ਼ਿੰਦਗੀ ਵੀ ਖੌਅ ਦੇ ਵਿੱਚ। ਸੋ ਬੰਦਾ ਕਰੂਗਾ ਕੀ ਤੇ ਕੀ ਨਾ ਕਰੂਗਾ? ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਯੂਕਰੇਨ ਤੇ ਰੂਸ ਦੇ ਹਮਲੇ ਦੇ 6ਵੇਂ ਦਿਨ ਖਾਰਕਿਵ ਸ਼ਹਿਰ ਦੇ ਵਿੱਚ ਇੱਕ ਭਾਰਤੀ ਵਿਦਿਆਰਥੀ ਨਵੀਨ ਕੁਮਾਰ ਦੀ ਮੌਤ ਹੋ ਗਈ। ਵਿਦੇਸ਼ ਵਿਭਾਗ ਨੇ ਇਹਦੀ ਜਾਣਕਾਰੀ ਦਿੱਤੀ ਹੈ। ਵਿਭਾਗ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ, ਸਾਨੂੰ ਇਹ ਦੱਸਦੇ ਹੋਏ ਬੇਹੱਦ ਦੁੱਖ ਹੋ ਰਿਹਾ ਕਿ ਖਾਰਕਿਵ ਦੇ ਵਿੱਚ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ। ਅਸੀਂ ਉਹਦੇ ਪਰਿਵਾਰ ਦੇ ਸੰਪਰਕ ਦੇ ਵਿੱਚ ਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦਿਆਰਥੀ ਦੇ ਪਿਤਾ ਦੇ ਨਾਲ ਗੱਲਬਾਤ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ। ਇੱਥੇ ਵੀ ਦੱਸਣਾ ਬਣਦਾ ਕਿ ਮ੍ਰਿਤਕ ਵਿਦਿਆਰਥੀ ਨਵੀਨ ਕਰਨਾਟਕ ਦਾ ਰਹਿਣ ਵਾਲਾ ਸੀ। ਉਹਦੀ ਉਮਰ 21 ਸਾਲ ਦੀ ਸੀ। ਉਹ ਖਾਣਾ ਲੈਣ ਵਾਸਤੇ ਬਾਹਰ ਨਿਕਲਿਆ ਸੀ। ਉਹ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ 4ਥੇ ਸਾਲ ਦਾ ਵਿਦਿਆਰਥੀ ਸੀ। ਨਵੀਨ ਦੇ ਨਾਲ ਹੋਸਟਲ ਦੇ ਵਿੱਚ ਰਹਿਣ ਵਾਲੇ ਸ਼੍ਰੀ ਤਰਨ ਗੋਪਾਲ ਕ੍ਰਿਸ਼ਨ ਨੇ ਕਿਹਾ ਕਿ ਯੂਕਰੇਨ ਦੇ ਸਮੇਂ ਦੇ ਮੁਤਾਬਕ ਸਵੇਰੇ 10:30 ਵਜੇ ਨਵੀਨ ਰਾਸ਼ਨ ਦੀ ਦੁਕਾਨ ਦੇ ਸਾਹਮਣੇ ਲਾਈਨ ਦੇ ਵਿੱਚ ਲੱਗਾ ਸੀ। ਉਸੇ ਸਮੇਂ ਰੂਸੀ ਸੈਨਾ ਨੇ ਲੋਕਾਂ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸਾਡੇ ਕੋਲ ਉਹਦੀ ਬੋਡੀ ਦੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਆ। ਅਸੀਂ ਜਾਣਾ ਚਾਹੁੰਦੇ ਹਾਂ ਪਰ ਹਸਪਤਾਲ ਦੇ ਵਿੱਚ ਜਾਣ ਦੀ ਕਿਸੇ ਨੂੰ ਆਗਿਆ ਨਹੀਂ ਮਿਲ ਰਹੀ ਤੇ ਜੇਕਰ ਅਸੀਂ ਜਾਵਾਂਗੇ ਨਾ ਤਾਂ ਸਾਨੂੰ ਪਤਾ ਕਿਵੇਂ ਲੱਗੇਗਾ ਕਿ ਉਹਦੀ ਬੋਡੀ ਕਿੱਥੇ ਰੱਖੀ ਗਈ ਹੈ। ਬਾਗਚੀ ਨੇ ਕਿਹਾ ਕਿ ਯੂਕਰੇਨ ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਲਈ ਯਤਨ ਕੀਤੇ ਜਾ ਰਹੇ ਨੇ। ਵਿਦੇਸ਼ ਸਕੱਤਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਵੱਖ-ਵੱਖ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਹਾਂ। ਸੋ ਕਹਿਣ ਦਾ ਭਾਵ ਇਹ ਹੈ ਕਿ ਨਵੀਨ ਦੀ ਮੌਤ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ। ਰਾਹੁਲ ਗਾਂਧੀ ਤੋਂ ਲੈ ਕੇ ਭਾਰਤ ਦੀਆਂ ਹੋਰ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਨਵੀਨ ਕੁਮਾਰ ਦੀ ਮੌਤ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਨਵੀਨ ਕੁਮਾਰ ਦੀ ਮੌਤ ਦਾ ਜ਼ਿੰਮੇਵਾਰ ਸਾਡਾ ਭਾਰਤ ਦਾ ਸਿਸਟਮ ਹੈ, ਕਿਉਂਕਿ ਜੇਕਰ ਇੱਥੇ ਸਿਸਟਮ ਵਧੀਆ ਹੋਵੇ ਤਾਂ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ। ਜੇਕਰ ਇੱਥੇ ਸਿਸਟਮ ਵਧੀਆ ਹੋਵੇ ਕਿਸੇ ਨੂੰ ਆਪਣੀ ਜ਼ਿੰਦਗੀ ਜ਼ੋਖਮ ਦੇ ਵਿੱਚ ਪਾਉਣ ਦੀ ਲੋੜ ਨਹੀਂ। ਜੇਕਰ ਸਿਸਟਮ ਵਧੀਆ ਹੋਵੇ ਤਾਂ ਕਿਸੇ ਨੂੰ ਆਪਣੀਆਂ ਜ਼ਮੀਨਾਂ ਵੇਚ ਕੇ, ਕਿਸੇ ਨੂੰ ਸ਼ਾਹੂਕਾਰਾਂ ਦੇ ਕੋਲੋਂ ਵਿਆਜੂ ਪੈਸਾ ਫੜ ਕੇ, ਕਿਸੇ ਨੂੰ ਆਪਦੀ ਜਮ੍ਹਾਂ ਪੂੰਜੀ ਉਮਰ ਭਰ ਦੀ ਇਸ ਤਰੀਕੇ ਦੇ ਨਾਲ ਵਿਦੇਸ਼ ਦੇ ਵਿੱਚ ਭੇਜ ਕੇ ਆਪਣੇ ਧੀ ਪੁੱਤ ਨੂੰ ਆਪ ਇਕੱਲਤਾ ਹੰਡਾਉਣ ਦੀ ਜ਼ਰੂਰਤ ਨਹੀਂ ਆ। ਕਿੰਨੇ ਮਾਪੇ ਇਹੋ ਜਿਹੇ ਆ ਜਿਹੜੇ ਹੁਣ ਸਾਹਮਣੇ ਆਏ ਆ, ਉਹ ਇਹ ਗੱਲ ਕਹਿੰਦੇ ਵੀ ਸਾਡੇ ਬੱਚੇ ਦੀ ਫੀਸ ਆ ਜਿਹੜੀ ਉਹ ਜਾਂਦੀ ਜਾਵੇ, ਅਸੀਂ ਆਪਦੇ ਬੱਚੇ ਨੂੰ ਉੱਥੋਂ ਕੱਢਣਾ ਚਾਹੁੰਦੇ ਹਾਂ। ਮਤਲਬ ਇਹ ਵੀ ਮਾਪੇ ਆਪਣੀ ਫੀਸ ਆ ਜਿਹੜੀ ਉਮਰ ਭਰ ਦੀ ਪੂੰਜੀ ਉਹਨਾਂ ਨੇ ਕਲਾਸ ਦੇ ਉੱਤੇ, ਡਿਗਰੀ ਦੇ ਉੱਤੇ ਖਰਚ ਕੀਤੀ ਆ, ਉਹ ਵੀ ਛੱਡਣ ਨੂੰ ਤਿਆਰ ਆ। ਇਹ ਕਿਸੇ ਦਾ ਚਿੱਤ ਨਹੀਂ ਕਰਦਾ, ਉਹ ਬਹੁਤ ਮਜਬੂਰ ਆ। ਇਸ ਕਰਕੇ ਸਾਰਾ ਕੁਝ ਹੋ ਰਿਹਾ। ਅਗਲੀ ਗੱਲ ਇਹ ਹੈ ਕਿ ਕੋਈ ਨਵਾਂ ਹੋਰ ਨਵੀਨ ਕੁਮਾਰ ਨਾ ਨਿਕਲੇ, ਕੋਈ ਹੋਰ ਨਵੀਨ ਕੁਮਾਰ ਆਪਣੀ ਜ਼ਿੰਦਗੀ ਨੂੰ ਨਾ ਗਵਾਵੇ। ਇਹਦੇ ਕਰਕੇ ਸਰਕਾਰ ਨੂੰ ਛੇਤੀ ਤੋਂ ਛੇਤੀ ਕੁਝ ਨਾ ਕੁਝ ਕਰਨਾ ਚਾਹੀਦਾ। ਸਰਕਾਰ ਨੂੰ ਸਾਰੇ ਜਿਹੜੇ ਫਸੇ ਹੋਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਾਲੇ ਵੀ ਲੋਕ ਉੱਥੇ ਯੂਕਰੇਨ ਦੇ ਵਿੱਚ ਫਸੇ ਹੋਏ ਆ, ਵੱਖ-ਵੱਖ ਬਾਰਡਰਾਂ ਦੇ ਉੱਤੇ ਜਾ ਕੇ ਬਹੁਤ ਵੱਡੀ ਭੀੜ ਦੇ ਵਿੱਚ ਬੈਠੇ ਆ। ਲੰਘੇ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ 2 ਦਿਨਾਂ ਦੇ ਵਿੱਚ 4ਥੀ ਹਾਈ ਲੈਵਲ ਮੀਟਿੰਗ ਕੀਤੀ ਗਈ ਹੈ ਯੂਕਰੇਨ ਦੇ ਵਿੱਚੋਂ ਭਾਰਤੀਆਂ ਨੂੰ ਬਾਹਰ ਕੱਢਣ ਦੇ ਬਾਰੇ। ਇਹ ਗੱਲ ਕਹੀ ਗਈ ਹੈ ਕਿ ਅਗਲੇ 3 ਦਿਨ ਦੇ ਵਿੱਚ, ਯਾਨੀ ਕਿ ਅੱਜ ਤੋਂ, ਕੱਲ੍ਹ ਤੇ ਪਰਸੋਂ, 3 ਦਿਨ ਦੇ ਵਿੱਚ 26 ਫਲਾਈਟਸ ਆ ਜਿਹੜੀਆਂ ਉਹ ਯੂਕਰੇਨ ਦੇ ਵੱਲ ਭੇਜੀਆਂ ਜਾਣਗੀਆਂ ਤੇ ਉੱਥੋਂ ਆ ਜਿਹੜੇ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਪਹੁੰਚ ਚੁੱਕੇ ਆ, ਆਲੇ ਦੁਆਲੇ ਦੇ ਦੇਸ਼ਾਂ ਦੇ ਵਿੱਚ ਵਿਦਿਆਰਥੀ ਜਾਂ ਹੋਰ ਲੋਕ, ਉਹਨਾਂ ਨੂੰ ਭਾਰਤ ਦੇ ਵਿੱਚ ਲਿਆਉਣ ਦੀ ਜੀ ਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤ ਦੇ 4 ਕੇਂਦਰੀ ਮੰਤਰੀ ਆ ਜਿਹੜੇ ਉਹ ਯੂਕਰੇਨ ਦੇ ਨਾਲ ਲੱਗਦੇ ਦੇਸ਼ਾਂ ਦੇ ਵਿੱਚ, ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਉੱਥੋਂ ਸਾਰਾ ਮੋਰਚਾ ਸੰਭਾਲ ਰਹੇ ਆ। ਬੜਾ ਚੰਗਾ ਉੱਦਮ ਹੈ। ਇਹ ਉੱਦਮ ਪਹਿਲਾਂ ਕਰਨਾ ਚਾਹੀਦਾ ਸੀ। ਧੰਨਵਾਦ ਕਰਨਾ ਬਣਦਾ ਸਰਕਾਰਾਂ ਦਾ ਜੇਕਰ ਉਹ ਸੱਚੇ ਦਿਲੋਂ ਇੱਦਾਂ ਦਾ ਉੱਦਮ ਕਰਦੀਆਂ। ਪਰ ਬੇਨਤੀ ਇਹ ਆ ਕਿ ਜੇਕਰ ਵੇਲੇ ਸਿਰ ਸਾਰਾ ਕੁਝ ਹੋ ਜਾਏ ਤਾਂ ਇਹ ਨੌਬਤ ਨਾ ਆਵੇ ਜਿਹੜੀ ਕਿ ਹੁਣ ਆਈ ਪਈ ਆ। ਹੁਣ ਬਹੁਤ ਸਾਰੇ ਵਿਦਿਆਰਥੀਆਂ ਦੇ, ਬਹੁਤ ਸਾਰੇ ਬੱਚਿਆਂ ਦੇ ਇਹੋ ਜਿਹੇ ਫੋਨ ਆਉਂਦੇ ਆ, ਬਹੁਤ ਸਾਰੇ ਵਿਦਿਆਰਥੀਆਂ ਦੇ ਇਹੋ ਜਿਹੇ ਵੀਡੀਓ ਸਾਹਮਣੇ ਆਉਂਦੇ ਆ ਜਿਹਦੇ ਵਿੱਚ ਉਹ ਗੱਲ ਕਹਿੰਦੇ ਆ ਕਿ 50 ਰੁਪਏ ਵਾਲੀ ਬ੍ਰੈਡ ਸਾਨੂੰ 500-550 ਰੁਪਏ ਦੇ ਵਿੱਚ ਮਿਲ ਰਹੀ ਆ। ਜਿਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਆ ਕਿ ਅਸੀਂ 8 ਜਣੇ ਬੰਕਰ ਦੇ ਵਿੱਚ ਲੁਕੇ ਹੋਏ ਆ ਪਰ ਸਾਡੇ ਕੋਲੇ ਖਾਣ ਨੂੰ ਇੱਕ ਬਿਸਕੁਟ ਤੱਕ ਨਹੀਂ ਆ।
ਸਾਡੇ ਕੋਲੇ ਪਾਣੀ ਦੀ ਅੱਧੀ ਬੋਤਲ ਤੱਕ ਵੀ ਨਹੀਂ ਆ, ਸਾਡੀ ਜੇਬ ਦੇ ਵਿੱਚ ਇੱਕ ਦਵਾਨੀ ਨਹੀਂ ਬਾਕੀ ਬਚੀ। ਜੇ ਅਸੀਂ ਟੈਕਸੀ ਵਾਲੇ ਨੂੰ ਕਹਿੰਦੇ ਵੀ ਸਾਨੂੰ ਫਲਾਣੇ ਬਾਰਡਰ ਤੱਕ ਲੈ ਜਾ, ਉਹ 4-4 5-5 6-6 ਗੁਣਾ ਵੱਧ ਮੰਗ ਰਹੇ ਆ। ਲੁੱਟ ਖੋਹ ਉੱਥੇ ਮਚ ਗਈ ਹੈ। ਜਦੋਂ ਹੁਣ ਚਾਰੇ ਪਾਸੇ ਭੁੱਖ ਪਸਰੀ ਹੋਵੇ ਤਾਂ ਫਿਰ ਉਸ ਤੋਂ ਬਾਅਦ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰੀਆਂ ਕੁਦਰਤੀ ਹੈ। ਸੋ ਕਹਿਣ ਦਾ ਭਾਵ ਇਹ ਜੀ ਕਿ ਸੰਕਟ ਇਸ ਵੇਲੇ ਚੋਖਾ। ਇਸ ਸੰਕਟ ਦੇ ਵਿੱਚ ਯੂਕਰੇਨ ਦਾ ਸਾਥ ਕੌਣ ਦੇਊਗਾ ਇਹ ਵੀ ਸਮਾਂ ਦੱਸੂਗਾ। ਯੂਰਪੀਅਨ ਯੂਨੀਅਨ ਇਸ ਮਾਮਲੇ ਦੇ ਉੱਤੇ ਕੀ ਐਕਸ਼ਨ ਲਊ ਇਹ ਵੀ ਸਮਾਂ ਦੱਸੂਗਾ। ਰੂਸ ਕਿਹੜੇ ਮੌਕੇ ਦੇ ਉੱਤੇ ਪੈਰ ਪਛਾਹ ਨੂੰ ਖਿੱਚੂਗਾ ਇਹ ਵੀ ਸਮਾਂ ਦੱਸੂਗਾ। ਲੋਕ ਆ ਜਿਹੜੇ ਵੱਖ-ਵੱਖ ਦੇਸ਼ਾਂ ਦੇ ਵਿੱਚ ਰੂਸ ਦੇ ਖਿਲਾਫ ਫਲੈਗ ਮਾਰਚ ਕਰ ਰਹੇ ਆ। ਇਹਦਾ ਮਤਲਬ ਇਹ ਵੀ ਸੰਕੇਤਕ ਤੌਰ ਦੇ ਉੱਤੇ ਵੀ ਰੂਸ ਦੀ ਇਸ ਕਾਰਵਾਈ ਦੇ ਖਿਲਾਫ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਦਾ ਭਾਮੜ ਬਣ ਰਿਹਾ। ਸੋ ਸਮਾਂ ਬਿਆਨ ਕਰੂ ਇਸ ਜੰਗ ਦੇ ਵਿੱਚੋਂ ਕੀ ਨਿਕਲਦਾ। ਪਰ ਫਿਲਹਾਲ ਜਿਹੜੇ ਭਾਰਤ ਦੇ ਲੋਕ ਵਾਪਸ ਪਰਤਣਾ ਚਾਹੁੰਦੇ ਆ ਉਹਨਾਂ ਦੇ ਵੱਲ ਖਾਸਾ ਖਿਆਲ ਕਰਕੇ ਛੇਤੀ ਤੋਂ ਛੇਤੀ ਵਾਪਸ ਲੈ ਕੇ ਆਉਣੇ ਚਾਹੀਦੇ ਆ ਤਾਂ ਜੋ ਉਹਨਾਂ ਦੇ ਪਰਿਵਾਰਾਂ ਨੂੰ ਸੁੱਖ ਦਾ ਸਾਹ ਆਵੇ। ਯੂਕਰੇਨ ਦੀ ਗੱਲ ਅਸੀਂ ਪਹਿਲਾਂ ਵੀ ਮੁੱਢ ਦੇ ਵਿੱਚ ਕੀਤੀ ਹੈ ਕਿ ਉੱਥੇ ਹਾਲਾਤ ਕਿਹੋ ਜਿਹੇ ਆ। ਦੋ ਸਕੀਆਂ ਭੈਣਾਂ ਦੀ ਦਰਦ ਕਹਾਣੀ ਸਾਹਮਣੇ ਆਈ ਆ। ਦੋ ਸਕੀਆਂ ਭੈਣਾਂ ਦੀ, ਉਹਨਾਂ ਭੈਣਾਂ ਦੇ ਮਨ ਦੇ ਉੱਤੇ, ਤਨ ਦੇ ਉੱਤੇ ਕੀ ਬੀਤਦੀ ਹੋਊ, ਉਹਨਾਂ ਦੇ ਟੱਬਰ ਦੇ ਉੱਤੇ ਕੀ ਬੀਤਦੀ ਹੋਊ, ਇਹਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਇਹ ਦੋ ਸਕੀਆਂ ਭੈਣਾਂ ਉੱਥੇ ਯੂਕਰੇਨ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਗਈਆਂ। ਦੋਨੋਂ ਇਕੱਠੀਆਂ ਰਹਿਣਗੀਆਂ। ਸੰਕਟ ਪੈਦਾ ਹੋਇਆ, ਦੋਵੇਂ ਇਕੱਠੀਆਂ ਬੰਕਰ ਦੇ ਵਿੱਚ ਰਹੀਆਂ। ਜੇ ਇੱਕ ਰੋਟੀ ਹੁੰਦੀ ਸੀ ਦੋਵੇਂ ਜਣੀਆਂ ਵੰਡ ਕੇ ਖਾਂਦੀਆਂ ਸੀ। ਜੇਕਰ ਇੱਕ ਬਿਸਕੁਟ ਦਾ ਪੈਕਟ ਸੀ ਦੋਵੇਂ ਜਣੇ ਅੱਧੇ ਅੱਧੇ ਖਾ ਲੈਂਦੀਆਂ ਸੀ। ਜੇਕਰ ਇੱਕ ਪਾਣੀ ਦੀ ਬੋਤਲ ਸੀ ਦੋਵੇਂ ਜਣੀਆਂ ਪੀ ਲੈਂਦੀਆਂ ਸੀ ਪਾਣੀ। ਪਰ ਸਮੇਂ ਨੇ ਇਹੋ ਜਿਹੀ ਖੇਡ ਰਚਾਈ ਵੀ ਦੋਵੇਂ ਭੈਣਾਂ ਉੱਥੋਂ ਅੱਡ ਅੱਡ ਹੋ ਗਈਆਂ। ਇੱਕ ਭੈਣ ਆ ਜਿਹੜੀ ਉਹ ਜਾ ਕੇ ਬਾਰਡਰ ਪਾਰ ਕਰਕੇ ਦੂਜੇ ਦੇਸ਼ ਦੇ ਵਿੱਚ ਪਹੁੰਚ ਗਈ ਹੈ। ਇੱਕ ਭੈਣ ਨੂੰ ਉੱਥੇ ਹੀ ਰੋਕ ਲਿਆ ਗਿਆ ਪਹਿਲਾਂ, ਤੇ ਹੁਣ ਇਹ ਦੋਵੇਂ ਭੈਣਾਂ ਨਿਖੜ ਚੁੱਕੀਆਂ ਤੇ ਇਹਨਾਂ ਨੂੰ ਇੱਕ ਦੂਜੇ ਦਾ ਫਿਕਰ ਵੀ ਸਤਾ ਰਿਹਾ। ਦੁੱਖ ਇਸ ਗੱਲ ਦਾ ਕਿ ਉੱਥੇ ਹੁਣ ਮੋਬਾਈਲ ਫੋਨ ਚਾਰਜ ਨਹੀਂ ਰਹੇ। ਦੁੱਖ ਇਸ ਗੱਲ ਦਾ ਕਿ ਉੱਥੇ ਹੁਣ ਲਾਈਟ ਦੀ ਵੀ ਕਿੱਲਤ ਹੈ। ਦੁੱਖ ਇਸ ਗੱਲ ਦਾ ਕਿ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਟੱਬਰ ਦੇ ਜੀਆਂ ਨਾਲ ਸੰਪਰਕ ਨਹੀਂ ਕੀਤਾ ਜਾ ਸਕਦਾ। ਕੁਦਰਤੀ ਮਿਲਾਪ ਹੋ ਜੇ ਜੇਕਰ ਟੱਬਰ ਦੇ ਜੀ ਉੱਥੇ ਵਿਛੜੇ ਆ, ਹੋ ਸਕਦਾ ਹਫ਼ਤੇ ਨੂੰ ਹੋ ਸਕਦਾ ਕੱਲ੍ਹ ਨੂੰ ਹੋ ਸਕਦਾ 2 ਮਹੀਨੇ ਨਾ ਹੋਵੇ। ਸੋ ਇਸ ਕਰਕੇ ਦੋ ਭੈਣਾਂ ਦੀ ਜਿਹੜੀ ਇਹ ਕਹਾਣੀ ਆ, ਇਹ ਸਿਰਫ ਇਹਨਾਂ ਦੋ ਕੁੜੀਆਂ ਦੀ ਕਹਾਣੀ ਨਹੀਂ, ਬਹੁਤ ਸਾਰੇ ਹੋਰ ਲੋਕ ਵੀ ਆ। ਜਲੰਧਰ ਦੇ ਵਿੱਚੋਂ ਇੱਕ ਟੱਬਰ ਦੇ 3 ਬੱਚੇ ਜਿਹੜੇ ਉਹ ਗਏ ਹੋਏ ਆ ਯੂਕਰੇਨ ਦੇ ਵਿੱਚ। ਉਹ 2 ਕੁੜੀਆਂ ਇੱਕ ਭਰਾ, ਤਿੰਨੇ ਜਾਣੇ ਵਾਪਸ ਮੁੜ ਆਉਣ। ਇਸ ਕਰਕੇ ਮਾਪਿਆਂ ਦੇ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸੰਸਦ ਮੈਂਬਰਾਂ ਨੂੰ ਆਪੋ ਆਪਣੇ ਹਲਕੇ ਦੇ ਬਾਹਰਲੇ ਦੇਸ਼ ਦੇ ਵਿੱਚ ਯੂਕਰੇਨ ਦੇ ਵਿੱਚ ਗਏ ਹੋਏ ਲੋਕਾਂ ਦੀ ਸੂਚੀ ਭੇਜੀ ਜਾ ਰਹੀ ਹੈ। ਲੰਘੇ ਕੱਲ੍ਹ ਅਸੀਂ ਗੁਰਜੀਤ ਸਿੰਘ ਔਜਲਾ ਜਿਹੜੇ ਸੰਸਦ ਮੈਂਬਰ ਆ, ਉਹਨਾਂ ਦੀ ਇੱਕ ਖਬਰ ਸਾਂਝੀ ਕੀਤੀ ਸੀ ਵੀ ਉਹਨਾਂ ਨੇ ਉਲਾਂਭਾ ਦਿੱਤਾ ਕਿ ਅਸੀਂ ਜਦੋਂ ਵੀ ਵਿਦੇਸ਼ ਵਿਭਾਗ ਨੂੰ ਕੋਈ ਈਮੇਲ ਕਰਦੇ ਹਾਂ ਤਾਂ ਅੱਗੋਂ ਆਟੋ ਰਿਪਲਾਈ ਆ ਜਾਂਦਾ, ਸਾਡਾ ਕੋਈ ਹਾਲ ਚਾਲ ਨਹੀਂ ਪੁੱਛਿਆ ਜਾਂਦਾ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ, ਸਾਡੇ ਨਾਲ ਕੋਈ ਫੋਨ 'ਤੇ ਗੱਲ ਨਹੀਂ ਕਰਦਾ, ਸਾਨੂੰ ਈਮੇਲ ਦਾ ਪ੍ਰੋਪਰ ਕੋਈ ਜਵਾਬ ਨਹੀਂ ਆਉਂਦਾ। ਅਤੇ ਜੇਕਰ ਚੁਣੇ ਹੋਏ ਨੁਮਾਇੰਦੇ ਦੀ ਕੋਈ ਬਾਤ ਨਹੀਂ ਪੁੱਛਦਾ ਤਾਂ ਫਿਰ ਆਉਂਦੇ ਸਮੇਂ ਦੇ ਵਿੱਚ ਇਹਨਾਂ ਬੱਚਿਆਂ ਨੂੰ ਜਿਹੜੇ ਕਿ ਉੱਥੇ ਫਸੇ ਹੋਏ ਆ, ਇਹਨਾਂ ਦੀ ਬਾਤ ਕੌਣ ਪੁੱਛੂਗਾ। ਪਹਿਲਾਂ ਇਹਨਾਂ ਦੋਵਾਂ ਸਕੀਆਂ ਭੈਣਾਂ ਦੀ ਦਰਦ ਕਹਾਣੀ ਸਾਂਝੀ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਗ੍ਰੇਟਰ ਨੋਇਡਾ ਅਸਤੌਲੀ ਪਿੰਡ ਦੀਆਂ 2 ਸਕੀਆਂ ਭੈਣਾਂ ਅੰਚਲ ਤੇ ਮੋਨਿਕਾ ਦਾ ਸਾਥ ਯੂਕਰੇਨ ਰੋਮਾਨੀਆ ਸਰਹੱਦ ਦੇ ਉੱਤੇ ਟੁੱਟ ਗਿਆ। ਇੱਕ ਭੈਣ ਰੋਮਾਨੀਆ ਪਹੁੰਚ ਗਈ ਜਦਕਿ ਦੂਜੀ ਭੈਣ ਸਰਹੱਦ ਦੇ ਉੱਤੇ ਫਸ ਗਈ। ਦੋਵੇਂ ਭੈਣਾਂ 4 ਦਿਨ ਤੋਂ ਇੱਕ ਦੂਜੇ ਦੇ ਹੌਸਲੇ ਬੰਨ੍ਹ ਕੇ ਯੂਕਰੇਨ ਦੇ ਟਰਨਵਿਲ ਤੋਂ ਰੋਮਾਨੀਆ ਬਾਰਡਰ ਤੇ ਪਹੁੰਚੀਆਂ ਸਨ। ਦੋਵਾਂ ਦੇ ਵੱਖ ਹੋਣ ਕਰਕੇ ਪਰਿਵਾਰਕ ਮੈਂਬਰ ਕਾਫੀ ਪਰੇਸ਼ਾਨ ਨੇ। ਦੱਸਣਾ ਬਣਦਾ ਕਿ ਅਸਤੌਲੀ ਪਿੰਡ ਦੀ ਮੋਨਿਕਾ ਤੇ ਅੰਚਲ ਸਰਹੱਦ ਪਾਰ ਕਰਨ ਦੀ ਲਾਈਨ ਵਿੱਚ 10ਵੇਂ ਤੇ 11ਵੇਂ ਨੰਬਰ ਤੇ ਸਨ। ਹਾਲਾਂਕਿ ਹੁਣ ਦੋਵੇਂ ਭੈਣਾਂ ਰੋਮਾਨੀਆ ਆ ਗਈਆਂ ਪਰ ਦੋਵੇਂ ਹਾਲੇ ਵੀ ਵੱਖ-ਵੱਖ ਨੇ। ਉੱਥੋਂ 10 ਘੰਟੇ ਦਾ ਸਫ਼ਰ ਕਰਨ ਤੋਂ ਬਾਅਦ ਉਸ ਨੂੰ 550 ਕਿਲੋਮੀਟਰ ਦੂਰ ਬੁਖਾਰੈਸਟ ਲਿਆਂਦਾ ਜਾ ਰਿਹਾ। ਸੋਮਵਾਰ ਨੂੰ ਦੋਵੇਂ ਭੈਣਾਂ ਸਰਹੱਦ ਦੇ ਉੱਤੇ ਲਾਈਨ 'ਚ ਲੱਗੀਆਂ ਸਨ। ਲਾਈਨ 'ਚ ਲੱਗੇ 10-10 ਲੋਕਾਂ ਨੂੰ ਰੋਮਾਨੀਆ ਵੱਲ ਲਿਆਂਦਾ ਜਾ ਰਿਹਾ ਸੀ। ਛੋਟੀ ਭੈਣ ਅੰਚਲ 10ਵੇਂ ਨੰਬਰ ਤੇ ਮੋਨਿਕਾ 11ਵੇਂ ਤੇ ਸੀ। ਜਦੋਂ ਅੰਚਲ ਦਾ ਨੰਬਰ ਆਇਆ ਤਾਂ ਉਸ ਨੂੰ ਰੋਮਾਨੀਆ ਬਾਰਡਰ ਤੇ ਲਿਜਾਇਆ ਗਿਆ ਜਦਕਿ ਮੋਨਿਕਾ ਨੂੰ ਉੱਥੇ ਹੀ ਛੱਡ ਦਿੱਤਾ ਗਿਆ। ਕੁਝ ਸਮੇਂ ਜ਼ਿੱਦ ਵੀ ਕੀਤੀ ਪਰ ਨਿਯਮਾਂ ਦੇ ਸਾਹਮਣੇ ਦੋਵਾਂ ਭੈਣਾਂ ਦੀ ਗੱਲ ਨਾ ਸੁਣੀ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਦੋਵੇਂ ਭੈਣਾਂ ਵੱਖ ਹੋ ਗਈਆਂ ਨੇ ਜਿਸ ਕਰਕੇ ਉਹ ਬਹੁਤ ਚਿੰਤਾ ਦੇ ਵਿੱਚ ਨੇ। ਪਿਤਾ ਵਿਜੇਂਦਰ ਭਾਟੀ ਨੇ ਕਿਹਾ ਕਿ ਬੇਟੀ ਅੰਚਲ ਤੇ ਮੋਨਿਕਾ ਯੂਕਰੇਨ ਦੇ ਵਿੱਚ MBBS ਦੀ ਪੜ੍ਹਾਈ ਕਰ ਰਹੀਆਂ ਨੇ ਜੋ ਪਿਛਲੇ 36 ਘੰਟੇ ਤੋਂ ਯੂਕਰੇਨ ਦੀ ਸਰਹੱਦ ਦੇ ਉੱਤੇ ਫਸੀਆਂ ਹੋਈਆਂ ਸਨ। ਸੋਮਵਾਰ ਸਵੇਰੇ ਅੰਚਲ ਨੂੰ ਬੱਸ ਦੇ ਵਿੱਚ ਰੋਮਾਨੀਆ ਭੇਜਿਆ ਜਾ ਰਿਹਾ ਸੀ ਜਦਕਿ ਮੋਨਿਕਾ ਸੋਮਵਾਰ ਤੱਕ ਸਰਹੱਦ ਦੇ ਉੱਤੇ ਫਸੀ ਹੋਈ ਸੀ। ਦੱਸਿਆ ਗਿਆ ਕਿ ਵੱਡੀ ਭੈਣ ਵੀ ਦੇਰ ਰਾਤ ਰੋਮਾਨੀਆ ਆਈ ਪਰ ਉਸ ਨੂੰ ਇਹ ਨਹੀਂ ਪਤਾ ਕਿ ਛੋਟੀ ਭੈਣ ਕਿੱਥੇ ਹੈ, ਯਾਨੀ ਕਿ ਦੋਵੇਂ ਭੈਣਾਂ ਨਿਖੜ ਗਈਆਂ ਨੇ। ਸੋ ਇਹ ਵਕਤ ਦੱਸੇਗਾ ਕਿ ਉਹ ਕਦੋਂ ਮਿਲਦੀਆਂ ਨੇ। ਇਹੋ ਜਿਹੀਆਂ ਉਦਾਹਰਨਾਂ ਹੋਰ ਵੀ ਬਹੁਤ ਸਾਰੇ ਲੋਕਾਂ ਦੀਆਂ ਸਾਹਮਣੇ ਆ ਰਹੀਆਂ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਕਹਾਂਗੇ ਇਹ ਸਿਰਫ 2 ਭੈਣਾਂ ਦੀ ਕਹਾਣੀ ਨਹੀਂ, ਬਹੁਤ ਸਾਰੇ ਭੈਣਾਂ ਦੀ ਵੀਰਾਂ ਦੀ ਹੋਰ ਵੀ ਕਹਾਣੀ ਹੈ ਜਿਹੜੇ ਕਿ ਮਜਬੂਰੀਆਂ ਦੇ ਨਾਲ ਉੱਥੇ 2-4 ਹੋ ਰਹੇ ਆ। ਦੇਖੋ ਗੱਲ ਮੁੱਕਦੀ ਇਸ ਥਾਂ ਦੇ ਉੱਤੇ ਆ ਕੇ ਹੈ ਕਿ ਜਦੋਂ ਸੰਕਟ ਪੈਦਾ ਕਿਸੇ ਵੀ ਦੇਸ਼ ਦੇ ਵਿੱਚ ਹੋਵੇ ਆਰਥਿਕ ਤੌਰ 'ਤੇ, ਰੁਜ਼ਗਾਰ ਦੇ ਤੌਰ ਦੇ ਉੱਤੇ,
ਜਾਂ ਸੁਨਹਿਰੀ ਭਵਿੱਖ ਦੀ ਭਾਲ ਹੋਵੇ ਤਾਂ ਫਿਰ ਬੰਦਾ ਆਪਣੇ ਦੇਸ਼ ਨੂੰ, ਆਪਣੀ ਧਰਤੀ ਨੂੰ ਛੱਡ ਕੇ ਵਕਤੀ ਤੌਰ ਦੇ ਉੱਤੇ ਕਿਸੇ ਹੋਰ ਥਾਂ ਤੇ ਜਾਂਦਾ। ਪਰ ਜੇਕਰ ਉੱਥੇ ਵੀ ਸੰਕਟ ਪੈਦਾ ਹੋ ਜੇ ਤਾਂ ਜਿਹੜੇ ਦੇਸ਼ ਦੇ ਤੁਸੀਂ ਜੰਮੇ ਜਾਏ ਹੋ, ਉਸ ਥਾਂ ਦੀ ਸਰਕਾਰ ਨੂੰ, ਜਿੱਥੋਂ ਦੇ ਤੁਸੀਂ ਨਾਗਰਿਕ ਆ, ਉਹਦਾ ਫਰਜ਼ ਬਣਦਾ ਕਿ ਉਹ ਪਹਿਲ ਦੇ ਆਧਾਰ ਤੇ ਆਪਣੇ ਨਾਗਰਿਕਾਂ ਨੂੰ ਬਾਹਰ ਕੱਢ ਕੇ ਲਿਆਵੇ। ਜਿਵੇਂ ਕਿ ਅਮਰੀਕਾ ਵੱਖ-ਵੱਖ ਥਾਵਾਂ ਤੋਂ ਲੈ ਜਾਂਦਾ, ਜਿਵੇਂ ਕਿ ਹੋਰ ਵੱਖ-ਵੱਖ ਥਾਵਾਂ ਤੋਂ ਸੰਕਟ ਦੀ ਘੜੀ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਕੱਢ ਕੇ ਲੈ ਜਾਂਦੀਆਂ ਸਰਕਾਰਾਂ, ਉਵੇਂ ਸਾਡੀ ਸਰਕਾਰ ਦਾ ਵੀ ਫਰਜ਼ ਬਣਦਾ। ਸਰਕਾਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ, ਭਾਰਤ ਦੀ ਸਰਕਾਰ ਦੇ ਵੱਲੋਂ, ਕਿ ਅਸੀਂ ਪੂਰਾ ਤਾਲ ਲਾ ਰਹੇ ਹਾਂ। ਪਰ ਪਿਛਲੇ ਕਈ ਦਿਨਾਂ ਤੋਂ 6ਵਾਂ ਦਿਨ ਲੰਘੇ, ਕੱਲ੍ਹ ਸੀ, ਅੱਜ 7ਵਾਂ ਦਿਨ ਇਸ ਯੁੱਧ ਦਾ। 7 ਦਿਨਾਂ ਦੇ ਵਿੱਚ ਸਰਕਾਰ ਇੱਕੋ ਗੱਲ ਕਹਿਣੀ ਜੀ ਕਿ ਹਰ ਰੋਜ਼ 227 ਬੰਦੇ ਲਿਆਂਦੇ, 329 ਬੰਦੇ ਲਿਆਂਦੇ। ਜਦੋਂ ਗਿਣਤੀ 20,000 ਤੋਂ ਵੱਧ ਲੋਕਾਂ ਦੀ ਹੋਵੇ, ਆਪ ਜੀ ਦੇ ਵੱਲੋਂ 327, 220, 529 ਇਹਨਾਂ ਲੋਕਾਂ ਦੀ ਗਿਣਤੀ ਕਿਵੇਂ ਉੱਥੋਂ ਲੋਕ ਕੱਢ ਕੇ ਲਿਆਊਗੀ? ਸੋ ਲੋੜ ਤਾਂ ਇਹ ਸੀ ਕਿ ਜਿਹੜੀਆਂ ਹੁਣ 3 ਦਿਨ ਦੇ ਵਿੱਚ 26 ਫਲਾਈਟਸ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ, ਇਹ ਉਦਮ ਪਹਿਲ ਦੇ ਆਧਾਰ ਦੇ ਉੱਤੇ ਪਹਿਲੇ ਦਿਨ ਤੋਂ ਹੀ ਕਰਨੇ ਚਾਹੀਦੇ ਸੀ। ਵੀ ਹਾਲਾਤ ਜੇਕਰ ਬਦ ਤੋਂ ਬਦਤਰ ਹੋ ਰਹੇ ਆ ਤੇ ਸਾਡੇ ਜੇਕਰ ਨੌਜਵਾਨ ਮੁੰਡੇ ਕੁੜੀਆਂ ਉੱਥੇ ਭੁੱਖ ਪਿਆਸ ਦੇ ਨਾਲ ਹੀ ਮੌਤ ਦੀ ਬੁੱਕਲ 'ਚ ਚਲੇ ਗਏ ਤਾਂ ਫਿਰ ਸਾਰੀ ਉਮਰ ਦਾ ਉਲਾਂਭਾ ਤਾਂ ਭਾਰਤ ਦੇ ਸਿਰ ਤੇ ਮੜਿਆ ਜਾਊਗਾ। ਉਸ ਦੇਸ਼ ਤੇ ਥੋੜ੍ਹੀ ਆ ਵੀ ਜਿਹੜੇ ਦੇਸ਼ ਦੇ ਵਿੱਚ ਪੜ੍ਹਾਈ ਕਰਨ ਗਏ ਆ, ਉਸ ਦੇਸ਼ ਤੇ ਥੋੜ੍ਹੀ ਆ ਜਿਹਨੇ ਉੱਥੇ ਹਮਲਾ ਕੀਤਾ। ਜਿਹੜੇ ਦੇਸ਼ ਤੇ ਤੁਸੀਂ ਨਾਗਰਿਕ ਆ, ਜਿਹੜੇ ਦੇਸ਼ ਦੇ ਵਸਿੰਦੇ ਆ, ਉਸ ਦੇਸ਼ ਦਾ ਫਰਜ਼ ਬਣਨਾ। ਨਾਲੇ ਉਹਨਾਂ ਨੇ ਕਿਹੜਾ ਮੁਫਤ ਦੇ ਵਿੱਚ ਲੈ ਕੇ ਆਉਣਾ, ਸਾਰਾ ਕੁਝ 3, 4, 5 ਗੁਣਾ ਮਹਿੰਗੀ ਟਿਕਟ ਦੇ ਰੂਪ ਦੇ ਵਿੱਚ ਹੋਣਾ। ਸਰਕਾਰ ਕੋਈ ਆਪਦੇ ਵੱਲੋਂ ਪੈਸੇ ਦਾ ਪ੍ਰਬੰਧ ਨਹੀਂ ਕਰ ਰਹੀ ਵੀ ਤੁਸੀਂ ਫਸੇ ਹੋਏ ਤੁਹਾਨੂੰ ਕੱਢ ਕੇ ਲਿਆਉਣੇ ਆ। ਉਹ ਮਹਿੰਗੇ ਭਾਅ ਦੀ ਟਿਕਟ ਆ। ਤੁਸੀਂ ਚੇਤੇ ਕਰੋ ਉਹ ਵੇਲਾ ਜਦੋਂ ਕਿ ਕਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਸੀ, ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਾਰਤੀ ਲੋਕ ਫਸ ਗਏ। ਕੋਈ ਆਪਣੇ ਧੀ ਪੁੱਤ ਕੋਲੇ ਗਿਆ, ਕੋਈ ਘੁੰਮਣ ਫਿਰਨ ਗਿਆ, ਕੋਈ ਕਾਰੋਬਾਰ ਲਈ ਗਿਆ, ਕੋਈ ਕਿਵੇਂ ਗਿਆ, ਕੋਈ ਕਿਵੇਂ ਗਿਆ, ਕੋਈ ਇਲਾਜ ਲਈ ਗਿਆ। ਪਰ ਜਦੋਂ ਅਚਾਨਕ ਭਾਰਤ ਦੇ ਵਿੱਚ ਸਾਰੇ ਏਅਰਪੋਰਟ ਬੰਦ ਹੋ ਗਏ, ਦੁਨੀਆ ਰੁਕ ਗਈ, ਤਾਂ ਫਿਰ ਕੁਝ ਕੁ ਹਫ਼ਤਿਆਂ ਬਾਅਦ ਜਾਂ ਕੁਝ ਕੁ ਮਹੀਨਿਆਂ ਬਾਅਦ ਵੰਦੇ ਭਾਰਤ ਮਿਸ਼ਨ ਦੀਆਂ ਫਲਾਈਟ ਸ਼ੁਰੂ ਹੋਈਆਂ। ਜਿਹੜੀ ਟਿਕਟ ਪਹਿਲਾਂ 1 ਵੇ ਦੀ 40,000 ਰੁਪਏ ਦੀ ਹੁੰਦੀ ਸੀ, ਉਹ 2-2 ਲੱਖ ਰੁਪਏ 'ਚ ਹੋ ਗਈ। ਹਾਲੇ ਸਰਕਾਰ ਇਹ ਗੱਲ ਕਹਿੰਦੀ ਕਿ ਦੇਖੋ ਅਸੀਂ ਤੁਹਾਡਾ ਭਲਾ ਕਿੰਨਾ ਕੀਤਾ। ਭਲਾ ਇਹਦੇ ਵਿੱਚ ਕਿਹੜੀ ਗੱਲ ਦਾ ਹੋਇਆ? ਆਪਣੇ ਦੇਸ਼ ਨੂੰ ਮੁੜ ਕੇ ਆਏ ਆ, 4 ਗੁਣਾ 5 ਗੁਣਾ ਮਹਿੰਗੀ ਟਿਕਟ ਲੈ ਕੇ ਆਏ ਆ। ਹੁਣ ਵੀ ਗੰਗਾ ਮਿਸ਼ਨ ਦੇ ਤਹਿਤ ਉਹੀ ਕੁਝ ਹੈ ਵੀ ਭਾਈ 3, 4, 5 ਗੁਣਾ ਮਹਿੰਗੀ ਟਿਕਟ ਹੈ ਤੇ ਸਰਕਾਰ ਇਹ ਗੱਲ ਕਹਿੰਦੀ ਦੇਖੋ ਅਸੀਂ ਤੁਹਾਡਾ ਫਿਕਰ ਕਿੰਨਾ ਕਰਦੇ ਹਾਂ, ਅਸੀਂ ਤੁਹਾਡੇ ਲਈ ਦਿਨ ਰਾਤ ਇੱਕ ਕੀਤੀ ਹੋਈ ਹੈ, ਸਾਡੀ ਹਾਈ ਲੈਵਲ ਦੇ ਉੱਤੇ ਮੀਟਿੰਗ ਹੋ ਰਹੀ ਹੈ। ਬਹੁਤ ਚੰਗੀ ਗੱਲ ਹੈ। ਇੰਨਾ ਭਾਅ ਦੇ ਕੇ ਵੀ ਜੇਕਰ ਨੌਜਵਾਨ ਮੁੰਡੇ ਕੁੜੀਆਂ ਵੇਲੇ ਸਿਰ ਆਪਣੇ ਦੇਸ਼ ਦੇ ਵਿੱਚ, ਆਪਣੇ ਪਿੰਡ ਦੇ ਵਿੱਚ, ਆਪਣੇ ਘਰ ਦੇ ਵਿੱਚ ਵਾਪਸ ਪਰਤ ਆਉਣ ਤਾਂ। ਲੰਘੇ ਕੱਲ੍ਹ ਸੁਖਬੀਰ ਸਿੰਘ ਬਾਦਲ ਹੋਰੀ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਜਾ ਕੇ ਮਿਲੇ ਪਟਿਆਲੇ। ਉਹਨਾਂ ਤੋਂ ਪਹਿਲਾਂ ਬੀਬੀ ਜਗੀਰ ਕੌਰ, ਮਹੇਸ਼ਿੰਦਰ ਸਿੰਘ ਗਰੇਵਾਲ, ਸੁਰਜੀਤ ਸਿੰਘ ਰਖੜਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਸਮੇਤ ਅਕਾਲੀ ਦਲ ਦੇ ਕਈ ਹੋਰ ਨੇਤਾ ਵੀ ਮਿਲੇ ਆ। ਸੁਖਬੀਰ ਸਿੰਘ ਬਾਦਲ ਨੇ ਤੇ ਬਾਕੀ ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸ ਨੇ ਕੀਤਾ ਧੱਕਾ, ਕਾਂਗਰਸ ਨੇ ਕੀਤੀ ਹੈ ਜ਼ਿਆਦਤੀ, ਬਦਲਾ ਲਓ ਕਾਰਵਾਈ ਕੀਤੀ ਹੈ, ਬਰਦਾਸ਼ਤ ਕਰਨੀ ਔਖੀ ਹੈ, ਕਾਨੂੰਨ ਤੇ ਪੂਰਾ ਭਰੋਸਾ, ਹਾਈ ਕੋਰਟ ਪਟੀਸ਼ਨ ਪਾ ਦਿੱਤੀ ਗਈ ਹੈ ਜਾਂ ਪਾ ਦਿੱਤੀ ਜਾਣੀ ਹੈ, ਜ਼ਮਾਨਤ ਮਿਲ ਜਾਣੀ ਹੈ। ਪਰ ਬਿਕਰਮ ਸਿੰਘ ਮਜੀਠੀਆ ਉਸੇ ਜੇਲ੍ਹ ਦੇ ਵਿੱਚ ਹੈ ਜਿਹੜੀ ਜੇਲ੍ਹ ਦੇ ਵਿੱਚ ਕਾਫੀ ਲੰਮਾ ਸਮਾਂ ਸੁਖਪਾਲ ਸਿੰਘ ਖਹਿਰਾ ਹੋਰੀ ਲਾ ਕੇ ਆਏ ਆ। ਉਹਨਾਂ ਦੇ ਉੱਤੇ ਦੋਸ਼ ਮਨੀ ਲਾਂਡਰਿੰਗ ਦੇ ਸੀ, ਇਹਨਾਂ ਦੇ ਉੱਤੇ ਡਰੱਗ ਦੇ ਆ। ਸੋ ਸਮਾਂ ਦੱਸੂਗਾ, ਕਾਨੂੰਨ ਦੱਸੂਗਾ, ਅਦਾਲਤ ਫੈਸਲਾ ਕਰੂ ਕਿ ਇਸ ਮਾਮਲੇ ਦੇ ਵਿੱਚ ਮਜੀਠੀਆ ਸਾਹਿਬ ਨੂੰ ਕਦੋਂ ਜ਼ਮਾਨਤ ਮਿਲਦੀ ਹੈ, ਕੀ ਅਗਲੇਰੀ ਕਾਰਵਾਈ ਹੁੰਦੀ ਹੈ। ਪਰ ਕੱਲ੍ਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਪਟਿਆਲਾ ਖੇਤਰ ਦੀਆਂ 8 ਵਿਧਾਨ ਸਭਾ ਸੀਟਾਂ, ਇਹਨਾਂ ਦੇ ਕੋਲੇ ਸਿਰਫ ਇੱਕ ਸਨੌਰ ਦੀ ਸੀਟ ਸੀ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਦੇ ਰੂਪ ਦੇ ਵਿੱਚ 17 ਦੇ ਵਿੱਚ। ਐਤਕੀ ਸੁਖਬੀਰ ਸਿੰਘ ਬਾਦਲ ਨੂੰ ਆਸ ਹੈ ਕਿ ਅਸੀਂ ਵੱਧ ਸੀਟਾਂ ਲੈ ਕੇ ਜਾਵਾਂਗੇ। ਇਸ ਕਰਕੇ ਪਟਿਆਲਾ ਖੇਤਰ ਦੇ ਉਮੀਦਵਾਰਾਂ ਦੀ ਮੀਟਿੰਗ ਕੀਤੀ ਗਈ ਹੈ, ਬੜੀ ਮਹੱਤਵਪੂਰਨ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਪਟਿਆਲਾ ਦੇ ਵਿੱਚ ਸਾਰੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਗਈ ਹੈ, ਯਾਨੀ ਕਿ ਜ਼ਿਲ੍ਹੇ ਦੇ ਉਮੀਦਵਾਰਾਂ ਦੇ ਨਾਲ। ਮੀਟਿੰਗ ਦੇ ਵਿੱਚ 1 ਘੰਟੇ ਤੱਕ ਸੁਖਬੀਰ ਬਾਦਲ ਨੇ ਜ਼ਿਲ੍ਹੇ ਦੀਆਂ ਸਮੁੱਚੀਆਂ ਸੀਟਾਂ ਦਾ ਵਿਸ਼ਲੇਸ਼ਣ ਕੀਤਾ। ਅਕਾਲੀ ਦਲ ਦੇ ਪ੍ਰਧਾਨ ਮੀਟਿੰਗ ਤੋਂ ਪਹਿਲਾਂ ਇਸ ਵਾਰ ਸਪਸ਼ਟ ਬਹੁਮਤ ਅਕਾਲੀ ਦਲ ਨੂੰ ਮਿਲਣ ਦਾ ਦਾਅਵਾ ਕਰ ਰਹੇ ਨੇ। ਮੀਟਿੰਗ ਦੇ ਵਿੱਚ ਹਲਕਾ ਸਮਾਣਾ ਤੋਂ ਉਮੀਦਵਾਰ ਤੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਰਖੜਾ, ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਹਰਪਾਲ ਜੁਨੇਜਾ, ਰਾਜਪੁਰਾ ਤੋਂ ਉਮੀਦਵਾਰ ਚਰਨਜੀਤ ਸਿੰਘ ਬਰਾੜ, ਹਲਕਾ ਸਨੌਰ ਤੋਂ ਹਰਿੰਦਰਪਾਲ ਸਿੰਘ ਚੰਦੂ ਮਾਜਰਾ, ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਤੇ ਨਾਭਾ ਦੇ ਉਮੀਦਵਾਰ ਕਬੀਰ ਦਾਸ ਦੇ ਪੁੱਤਰ ਤੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵਿਕਰਮ ਚੌਹਾਨ ਇੱਥੇ ਸ਼ਾਮਲ ਹੋਏ ਨੇ। ਇਸ ਮੌਕੇ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਰਿਪੋਰਟ ਲਈ ਹੈ ਤੇ ਇਹ ਗੱਲ ਕਹੀ ਹੈ ਕਿ ਐਤਕੀ 5 ਤੋਂ ਵੱਧ ਸੀਟਾਂ ਅਸੀਂ ਜਿੱਤਾਂਗੇ। ਤੇ ਇਸ ਮਾਮਲੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੇਸ਼ੱਕ ਸਮੇਂ ਦੀ ਸਰਕਾਰ ਦੇ ਵੱਲੋਂ ਜੋ ਮਰਜ਼ੀ ਜ਼ਿਆਦਤੀਆਂ ਕੀਤੀਆਂ ਗਈਆਂ ਹੋਣ, ਪਰ ਅਸੀਂ ਐਤਕੀ ਜਿੱਤ ਲਈ ਆਸਵੰਦ ਵੀ ਹਾਂ ਤੇ ਸਾਨੂੰ ਪੂਰਨ ਬਹੁਮਤ ਵੀ ਮਿਲੇਗਾ। ਇਸ ਖਬਰ ਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਸਾਰੀਆਂ ਸਿਆਸੀ ਪਾਰਟੀਆਂ ਕਈ ਤਰ੍ਹਾਂ ਦੇ ਦਾਅਵੇ ਕਰ ਰਹੀਆਂ ਕਿ ਜਿੱਤ ਸਾਡੀ ਹੀ ਹੈ, ਜਿੱਤ ਸਾਡੀ ਹੀ ਝੋਲੀ 'ਚ ਪੈਣੀ ਹੈ।
ਪਰ ਇਹ 10 ਤਰੀਕ ਨੇ ਤੈਅ ਕਰਨਾ, ਕਿਉਂਕਿ ਅੱਜ 2 ਤਰੀਕ ਹੋ ਗਈ ਹੈ ਭਾਰਤੀ ਸਮੇਂ ਦੇ ਮੁਤਾਬਕ, ਤਰੀਕ ਦੇ ਮੁਤਾਬਕ, ਤੇ 2 ਤਰੀਕ ਤੇ 10 ਤਰੀਕ ਨੂੰ ਨਤੀਜੇ ਆਉਣੇ ਆ। ਦਿਨ ਵਿਚਾਲੇ ਸਿਰਫ 7-8 ਰਹਿ ਗਏ ਆ। 8 ਦਿਨਾਂ ਬਾਅਦ ਪਤਾ ਲੱਗ ਜਾਣਾ ਵੀ ਕਿਸੇ ਦੀ ਸਰਕਾਰ ਪੰਜਾਬ 'ਚ ਬਣਦੀ ਕਿ ਨਹੀਂ, ਕਿਹਨੂੰ ਕਿੰਨੀਆਂ ਸੀਟਾਂ ਮਿਲਦੀਆਂ, ਕਿਹੜਾ ਕਿੱਥੋਂ ਹਾਰਦਾ, ਕਿਹੜਾ ਕਿੱਥੋਂ ਜਿੱਤਦਾ। ਇਹ ਸਮੇਂ ਨੇ ਸਾਰਾ ਕੁਝ ਤੈਅ ਕਰ ਦੇਣਾ। ਪਰ ਅਗਲੀ ਮਹੱਤਵਪੂਰਨ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਇਸ ਵਕਤ ਰਾਜਨੀਤਿਕ ਨੇਤਾਵਾਂ ਦੀਆਂ ਧੜਕਣਾਂ ਤੇਜ਼ ਹੋ ਰਹੀਆਂ, ਧੜਕੂ ਲਗਾਤਾਰ ਵਧ ਰਿਹਾ। ਕੋਈ ਇਸ ਵੇਲੇ ਤਾਂਤਰਿਕਾਂ ਕੋਲੇ ਜਾ ਰਿਹਾ, ਕੋਈ ਟੂਣੇ ਟਾਮਣੇ ਕਰਵਾ ਰਿਹਾ, ਕੋਈ ਕਹਿੰਦਾ ਜੀ ਕਿ ਮੈਂ ਫਲਾਣਾ ਤਰੀਕਾ ਵਰਤ ਲਾ, ਕੋਈ ਕਹਿੰਦਾ ਜੀ ਕਿ ਮੈਂ ਫਲਾਣੇ ਧਾਰਮਿਕ ਥਾਂ ਦੇ ਵੱਲ ਜਾ ਕੇ ਤੇ ਆਪਣੀ ਮਨੋਕਾਮਨਾ ਪੂਰੀ ਕਰਨ ਦੇ ਲਈ ਸੁਖਣਾ ਸੁਖ ਲਵਾਂ। ਸੋ ਪਤਾ ਨਹੀਂ ਵੀ ਕੌਣ ਜਿੱਤੂ ਕੌਣ ਹਾਰੂ, ਇਤਕੀ ਭੰਬਲ ਭੂਸਾ ਬੜਾ ਬਣਿਆ ਹੋਇਆ। ਪਰ ਸਭ ਦੀਆਂ ਇੱਛਾਵਾਂ ਇਹ ਹੈ ਕਿ ਅਸੀਂ MLA ਬਣ ਜਾਈਏ, ਅਸੀਂ MLA ਬਣ ਜਾਈਏ, ਸਾਡੀ ਬੇੜੀ ਬੰਨੇ ਲੱਗ ਜੇ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੋਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਖਬਰ ਦੀ ਖਬਰ ਲੈ ਕੇ ਇਸੇ ਵੇਲੇ ਮੁੜ ਹਾਜ਼ਰ ਹੋਵਾਂਗੇ। ਬਹੁਤ ਬਹੁਤ ਮਿਹਰਬਾਨੀ।